ਸਮੇਲ ਪੋਡਕਾਸਟ ਦੀ 23ਵੀਂ ਲੜੀ ਵਿੱਚ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅਤੇ ਸਾਰਿਆਂ ਨੂੰ ਮੇਜਰ ਮੰਗਟ ਵੱਲੋਂ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸੋ ਦੋਸਤੋ, ਤੁਸੀਂ ਇਸ ਪੋਡਕਾਸਟ ਨੂੰ ਬਹੁਤ ਪਸੰਦ ਕਰਦੇ ਹੋ ਤੇ ਆਪਣੇ ਵਿਚਾਰ ਭੇਜਦੇ ਹੋ। ਮੈਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਇਹ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਅਜੇ ਆਪਾਂ ਨੂੰ ਹੋਰ ਦਰਸ਼ਕਾਂ ਦੀ ਲੋੜ ਹੈ। ਅਜੇ ਆਪਾਂ ਚਾਹੁੰਦੇ ਹਾਂ ਕਿ ਇਸ ਦਾ ਜਿਹੜਾ ਦਾਇਰਾ ਹੈ ਉਹ ਵਿਸ਼ਾਲ ਹੋਵੇ ਤੇ ਜਿਹੜੀ ਸਾਹਿਤਕ ਜਾਣਕਾਰੀ ਹੈ ਜਾਂ ਬ੍ਰਹਿਮੰਡ ਬਾਰੇ ਜਾਣਕਾਰੀ ਹੈ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾਵੇ। ਸੋ ਇਸ ਕਰਕੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਜਾਂ ਜਿੱਥੇ ਵੀ ਕਿਤੇ ਤੁਹਾਡੀ ਜਾਣ ਪਛਾਣ ਹੈ ਉਹਨਾਂ ਨੂੰ ਜ਼ਰੂਰ ਦੱਸੋ ਕਿ ਇਸ ਪੋਡਕਾਸਟ ਨੂੰ ਸਬਸਕ੍ਰਾਈਬ ਕਰਨ, ਲਾਈਕ ਕਰਨ, ਆਪਣੇ ਵਿਚਾਰ ਭੇਜਣ ਤੇ ਉਮੀਦ ਕਰਦਾ ਹਾਂ ਤੁਸੀਂ ਮੇਰੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋਗੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੱਖੋ ਵੱਖਰੇ ਵਿਸ਼ੇ ਵਿਚਾਰਨੇ ਨੇ ਤੇ ਉਹਨਾਂ ਤੇ ਗੱਲਬਾਤ ਕਰਨੀ ਹੈ। ਕੁਛ ਖਬਰਾਂ ਨੂੰ ਉਧਾਰ ਬਣਾ ਕੇ ਆਪਾਂ ਟਿੱਪਣੀਆਂ ਕਰਾਂਗੇ। ਸੋ ਪਿਛਲੇ ਦਿਨੀ ਦੋਸਤੋ ਕੈਨੇਡਾ ਡੇ ਲੰਘ ਕੇ ਗਿਆ ਹੈ। ਸੋ ਇਸ ਵਾਰ ਜਿਹੜੇ ਕੈਨੇਡਾ ਡੇ ਦੇ ਰੰਗ ਨੇ ਉਹ ਫਿੱਕੇ ਰਹੇ। ਤੁਹਾਨੂੰ ਯਾਦ ਹੋਵੇਗਾ ਕਿ ਬੜੀ ਧੂਮ-ਧਾਮ ਨਾਲ ਇਹ ਦਿਨ ਕਦੇ ਮਨਾਇਆ ਜਾਂਦਾ ਸੀ। ਫਾਇਰਵਰਕਸ ਹੁੰਦੇ ਸਨ, ਵੱਡੇ ਵੱਡੇ ਮੇਲੇ ਲੱਗਦੇ ਸਨ, ਵੱਡੀਆਂ ਸਟੇਜਾਂ ਲੱਗਦੀਆਂ ਸਨ ਤੇ ਗਾਉਣ ਵਜਾਉਣ ਦੇ ਪ੍ਰੋਗਰਾਮ ਹੁੰਦੇ ਸਨ। ਲੇਕਿਨ ਇਸ ਵਾਰ ਜਿਹੜਾ ਹੈ ਇਹ ਰੰਗ ਨੇ ਜਿਹੜੇ ਉਹ ਫਿੱਕੇ ਰਹੇ। ਉਹਦੇ ਕਾਰਨ ਦੋ ਸਨ। ਇੱਕ ਤਾਂ ਕੋਵਿਡ ਸੀਗਾ ਹੀ ਆ ਕਿ ਅਸੀਂ ਜ਼ਿਆਦਾ ਤਾਦਾਦ ਦੇ ਵਿੱਚ ਬਾਹਰ ਇਕੱਠੇ ਨਹੀਂ ਹੋ ਸਕਦੇ, ਤੇ ਦੂਜੀ ਦੋਸਤੋ ਜਿਹੜੀ ਸਭ ਤੋਂ ਵੱਧ ਨਿਰਾਸ਼ਾਜਨਕ ਗੱਲ ਸੀ ਜਿਸ ਨੇ ਲੋਕਾਂ ਨੂੰ ਨਿਰਾਸ਼ ਵੀ ਕੀਤਾ ਤਾਂ ਜਿਸ ਨੇ ਇਹਨਾਂ ਪ੍ਰੋਗਰਾਮਾਂ ਦੇ ਰੰਗ ਫਿੱਕੇ ਪਾ ਦਿੱਤੇ। ਤੁਹਾਨੂੰ ਯਾਦ ਹੋਵੇਗਾ ਕਿ ਕੈਮਲੂਪਸ ਦੇ ਵਿੱਚ ਪਹਿਲਾਂ ਜਿਹੜੀਆਂ ਕੁਝ ਬੱਚਿਆਂ ਦੀਆਂ ਜਿਹੜੀਆਂ ਕਬਰਾਂ ਮਿਲੀਆਂ ਸਨ, ਇੰਡੀਜੀਅਸ ਜਿਹੜੇ ਕਮਿਊਨਿਟੀ ਹੈ ਉਹਨਾਂ ਦੇ ਜਿਹੜੇ ਬੱਚੇ ਸਨ ਤੇ ਉਹਨਾਂ ਮੂਲ ਵਾਸੀਆਂ ਦੇ ਬੱਚਿਆਂ ਨੂੰ ਕਿਸੇ ਟਾਈਮ ਇੱਥੋਂ ਦੀ ਜਿਹੜੀ ਸਰਕਾਰ ਸੀ ਜਾਂ ਇੱਥੋਂ ਦਾ ਜਿਹੜਾ ਪ੍ਰਬੰਧ ਸੀ ਉਹਨਾਂ ਨੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਪਾਇਆ ਤੇ ਉਹਨਾਂ ਦਾ ਕਲਚਰ ਬਦਲਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦਾ ਜਿਹੜਾ ਧਰਮ ਬਦਲਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਜਿਹੜੀ ਵਿਕਸਿਤ ਸੱਭਿਅਤਾ ਵਿੱਚ ਲਿਆਉਣ ਲਈ ਸਜ਼ਾਵਾਂ ਦਿੱਤੀਆਂ ਗਈਆਂ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਮਰ ਗਏ ਜਾਂ ਮਾਰ ਦਿੱਤੇ ਗਏ ਤੇ ਉਹਨਾਂ ਦੀਆਂ ਖਬਰਾਂ ਮਿਲੀਆਂ ਸੀ। ਲੇਕਿਨ ਦੋਸਤੋ ਉਹਨਾਂ ਖਬਰਾਂ ਦੀ ਅਜੇ ਸਿਆਹੀ ਨਹੀਂ ਸੀ ਸੁੱਕੀ। ਇੱਕ ਹੋਰ ਬਹੁਤ ਵੱਡਾ ਜਿਹੜਾ ਗਰੇਵਯਾਰਡ ਹੈ ਉਹ ਫਿਰ ਕੈਨੇਡਾ ਦੇ ਵਿੱਚੋਂ ਜਿਹੜਾ ਹੈ ਮਿਲ ਗਿਆ। ਸਸਕੈਚਵਾਨ ਦੇ ਵਿੱਚ 751 ਅਨਮਾਰਕਡ ਗ੍ਰੇਵਜ਼ ਜਿਨ੍ਹਾਂ ਤੇ ਕੋਈ ਨਿਸ਼ਾਨ ਨਹੀਂ, ਕਿਸੇ ਬੱਚੇ ਦਾ ਨਾਂ ਨਹੀਂ, ਲੇਕਿਨ ਉਹਨਾਂ ਦੇ ਪਿੰਜਰ ਨੇ ਜਿਹੜੇ ਉੱਥੇ ਥੱਲੇ ਦੱਬੇ ਹੋਏ ਨੇ। ਸੋ ਦੋਸਤੋ ਇੱਕ ਕਿਸਮ ਦਾ ਨਸਲ ਘਾਤ ਹੈ। ਅਸੀਂ ਹਿਟਲਰ ਨੂੰ ਜਾਂ ਹੋਰ ਜਿਹੜੇ ਦੁਨੀਆ ਦੇ ਵੱਡੇ ਨਸਲ ਘਾਤ ਨੇ ਉਹਨਾਂ ਬਾਰੇ ਤਾਂ ਅਸੀਂ ਗੱਲ ਕਰਦੇ ਹਾਂ, ਲੇਕਿਨ ਇਸ ਦੀ ਗੱਲ ਕੌਣ ਕਰੇਗਾ? ਇਹਦੇ ਪਿੱਛੇ ਕੌਣ ਲੋਕ ਸਨ? ਇਹਦੇ ਪਿੱਛੇ ਜੇ ਧਰਮ ਨੇ ਰੋਲ ਅਦਾ ਕੀਤਾ ਤਾਂ ਕਿਉਂ ਕੀਤਾ ਤੇ ਕੌਣ ਇਹਨਾਂ ਚੀਜ਼ਾਂ ਨੂੰ ਬਾਹਰ ਲੈ ਕੇ ਆਏਗਾ? ਸੋ ਇਹ ਤਾਂ ਦੋਸਤੋ ਕੁਝ ਖਬਰਾਂ ਨੇ ਜਿਹੜੀਆਂ ਮਿਲੀਆਂ ਨੇ। ਸੋ ਮੈਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਇੱਕ ਬਹੁਤ ਵੱਡੇ ਗਰੇਵਯਾਰਡ ਤੇ ਬੈਠੇ ਹਾਂ। ਪਤਾ ਨਹੀਂ ਕਿੰਨੇ ਕੁ ਮੂਲ ਵਾਸੀਆਂ ਦੇ ਬੱਚੇ ਹੋਣਗੇ, ਪਤਾ ਨਹੀਂ ਕਿੰਨੇ ਕੁ ਮੂਲ ਵਾਸੀ ਹੋਣਗੇ ਤੇ ਜਿਨ੍ਹਾਂ ਦੀ ਧਰਤ ਨੂੰ ਹਥਿਆਉਣ ਲਈ, ਜਿਨ੍ਹਾਂ ਨੂੰ ਵਿਕਾਸ ਦੇ ਨਾਂ ਤੇ ਖਤਮ ਕਰ ਦਿੱਤਾ ਗਿਆ ਔਰ ਇਹ ਸਿਲਸਿਲਾ ਅਜੇ ਤੱਕ ਵੀ ਜਾਰੀ ਹੈ। ਅੱਜ ਕਿਵੇਂ ਜਾਰੀ ਹੈ? ਅੱਜ ਜਿਹੜੀ ਦੁਨੀਆ ਬਹੁਤ ਉਹ ਸੁਚੇਤ ਹੋ ਚੁੱਕੀ ਹੈ, ਮੀਡੀਆ ਬੜਾ ਸਟਰੋਂਗ ਹੋ ਚੁੱਕਿਆ ਹੈ। ਅੱਜ ਤੁਸੀਂ ਸਿੱਧਾ ਕਿਸੇ ਨੂੰ ਨਹੀਂ ਮਾਰ ਸਕਦੇ, ਲੇਕਿਨ ਅੱਜ ਜਿਹੜੇ ਮਾਰਨ ਦੇ ਹੋਰ ਤਰੀਕੇ ਨੇ। ਤੁਸੀਂ ਕਿਸੇ ਖਾਸ ਕਮਿਊਨਿਟੀ ਨੂੰ ਨਸ਼ਿਆਂ ਤੇ ਲਾ ਦਿਓ, ਤੁਸੀਂ ਉਹਨਾਂ ਵਿੱਚ ਨਸ਼ੇ ਇੰਨੇ ਫੈਲਾ ਦਿਓ, ਤੁਸੀਂ ਉਹਨਾਂ ਨੂੰ ਕੁਛ ਕਰਨ ਜੋਗੇ ਨਾ ਰਹਿਣ ਦਿਓ ਤੇ ਤੁਸੀਂ ਉਹਨਾਂ ਨੂੰ ਘਰ ਬੈਠਿਆਂ ਨੂੰ ਨਸ਼ਾ ਤੇ ਪੈਸੇ ਦੇਈ ਚੱਲੋ ਤੇ ਹੌਲੀ ਹੌਲੀ ਉਹ ਵੀ ਮਰ ਜਾਣਗੇ। ਸੋ ਸਰਕਾਰਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਕੈਨੇਡਾ ਭਾਵੇਂ ਬਹੁਤ ਵਧੀਆ ਮੁਲਕ ਹੈ, ਬਹੁਤ ਸਾਰੇ ਹੱਕ ਨੇ ਤੇ ਕੈਨੇਡਾ ਨੂੰ ਅਸੀਂ ਧਰਤੀ ਤੇ ਵਸਿਆ ਸਵਰਗ ਵੀ ਕਹਿੰਦੇ ਹਾਂ, ਲੇਕਿਨ ਜਿਹੜਾ ਦਾ ਪਿਛੋਕੜ ਹੈ ਉਹਦੇ ਵਿੱਚ ਜਿਹੜਾ ਕਾਲਾ ਇਤਿਹਾਸ ਲਿਖਿਆ ਗਿਆ ਤੇ ਇਸ ਨੂੰ ਜਾਣਨ ਦੀ ਬਹੁਤ ਲੋੜ ਹੈ। ਤੇ ਇਸ ਵਾਰੀ ਜਿਹੜੀ ਕੈਨੇਡਾ ਦੇ ਵਿੱਚ ਮੂਲ ਵਾਸੀਆਂ ਦੀ ਕਮਿਊਨਿਟੀ ਸੀ ਉਹਨੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਇਸ ਵਕਤ ਜਿਹੜਾ ਕੈਨੇਡਾ ਦੇ ਵਿੱਚ ਤੁਸੀਂ ਲਾਲ ਤੇ ਚਿੱਟਾ ਰੰਗ ਪਹਿਨਦੇ ਸੀ, ਲਾਲ ਤੇ ਚਿੱਟਾ ਰੰਗ ਜਿਹੜਾ ਉਸ ਦਿਨ ਤੋਂ ਪਹਿਨਿਆ ਜਾਂਦਾ ਜਦੋਂ 21 ਜੁਲਾਈ 1867 ਨੂੰ ਜਿਹੜਾ ਕੈਨੇਡਾ ਉਹ ਇਸ ਰੂਪ ਦੇ ਵਿੱਚ ਆਇਆ। ਇਹਦਾ ਇੱਕ ਸੰਵਿਧਾਨ ਬਣਿਆ, ਇੱਕ ਫੈਡਰੇਸ਼ਨ ਬਣੀ। ਤਾਂ ਉਸ ਤੋਂ ਪਹਿਲਾਂ ਮੁਲਕ ਇੱਥੇ ਹੀ ਸੀ, ਮੁਲਕ ਕੋਈ ਨਵਾਂ ਨਹੀਂ ਸੀ ਬਣਿਆ, ਲੇਕਿਨ ਕਨਾਡਾ ਸੀ, ਮੂਲ ਵਾਸੀਆਂ ਦਾ ਦੇਸ਼ ਸੀ। ਫਿਰ ਹੌਲੀ ਹੌਲੀਆਂ ਜਿਹੜੀਆਂ
ਜਿਹੜੀਆਂ ਦੂਸਰੀਆਂ ਕੌਮਾਂ ਨੇ ਉਹ ਇੱਥੇ ਵਪਾਰ ਦੇ ਮਕਸਦ ਨਾਲ ਆਉਂਦੀਆਂ ਗਈਆਂ। ਫਰੈਂਚ ਆਏ, ਬ੍ਰਿਟਿਸ਼ ਆਏ ਜਾਂ ਹੋਰ ਲੋਕ ਆਏ, ਉਹਨਾਂ ਨੇ ਆਪਣੀਆਂ ਕਲੋਨੀਆਂ ਵਸਾਈਆਂ ਤੇ ਹੌਲੀ ਹੌਲੀਆਂ ਨੇ ਜਿਹੜੀਆਂ ਉਹ ਕਲੋਨੀਆਂ ਸੀਗੀਆਂ ਉਹ ਇੱਕ ਜਗ੍ਹਾ ਇਕੱਠੀਆਂ ਹੋ ਕੇ ਇੱਕ ਫੈਡਰੇਸ਼ਨ ਬਣ ਗਈ। ਸੋ ਫੈਡਰਲ ਗੌਰਮੈਂਟ ਬਣ ਗਈ, ਇੱਕ ਸੰਵਿਧਾਨ ਬਣ ਗਿਆ। ਸੋ ਉਹ ਜਿਹੜੇ ਮੂਲ ਵਾਸੀ ਸੀ ਜਿਨ੍ਹਾਂ ਦਾ ਕੰਟਰੀ ਖੋਇਆ ਗਿਆ ਸੀਗਾ, ਸੋ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਕਤ ਇਸ ਵਾਰੀ ਜਿਹੜੀ ਹੈਗੀ ਹੈ ਉਹ ਤੁਸੀਂ ਲਾਲ ਅਤੇ ਚਿੱਟੇ ਰੰਗ ਦੀ ਬਜਾਏ ਤੇ ਆਹ ਸ਼ਰਟਾਂ, ਆਹ ਰੰਗ ਪਹਿਨੋ। ਸੋ ਇਹਦੇ ਉੱਪਰ ਲਿਖਿਆ ਹੋਇਆ ਹੈ ਕਿ ਐਵਰੀ ਚਾਈਲਡ ਮੈਟਰ, ਹਰ ਬੱਚਾ ਆਪਣੀ ਮਹੱਤਤਾ ਰੱਖਦਾ ਹੈ ਤੇ ਤੁਸੀਂ ਭਾਵੇਂ ਉਹ ਬੱਚੇ ਕਿਸੇ ਦੇ ਵੀ ਹੋਣ, ਇਸ ਤਰ੍ਹਾਂ ਮਾਰ ਕੇ ਉਹਨਾਂ ਨੂੰ ਦਫਨਾ ਨਹੀਂ ਸਕਦੇ। ਸੋ ਦੋਸਤੋ, ਇਹਨਾਂ ਚੀਜ਼ਾਂ ਨੇ ਜਿਹੜਾ ਮਨ ਜਿਹੜਾ ਬਹੁਤ ਝੰਜੋੜਿਆ ਸਾਰੇ ਕੈਨੇਡਾ ਵਾਸੀਆਂ ਦਾ, ਤੇ ਸਾਡੀ ਹਮਦਰਦੀ ਉਹਨਾਂ ਮੂਲ ਵਾਸੀਆਂ ਦੇ ਨਾਲ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜ਼ਿੰਮੇਵਾਰ ਲੋਕ ਨੇ ਜਿਹੜੇ ਉਹਨਾਂ ਨੂੰ ਪਛਾਣਿਆ ਜਾਣਾ ਚਾਹੀਦਾ। ਤੇ ਬਹੁਤ ਸਾਰੇ ਲੋਕਾਂ ਦੇ ਬੁੱਤ ਵੀ ਤੋੜੇ ਗਏ ਜਿਹੜੇ ਇਸ ਕਤਲੇਆਮ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਮਲ ਸਨ, ਜਾਂ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਪਾਲਿਸੀਆਂ ਬਣਾਈਆਂ, ਜਾਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਸਕੂਲ ਸਿਸਟਮ ਬਣਾਇਆ। ਸੋ ਦੋਸਤੋ, ਆਪਾਂ ਜਿਹੜੀ ਗੱਲ ਹੈ ਉਹਨੂੰ ਥੋੜ੍ਹਾ ਜਿਹਾ ਹੋਰ ਪਾਸੇ ਵੀ ਲੈ ਕੇ ਜਾਂਦੇ ਹਾਂ ਤੇ ਇਹ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਵਰਲਡ ਵਾਈਡ ਦੇਖਦੇ ਹਾਂ ਤੇ ਇਹ ਜਿਹੜੀਆਂ ਘਟਨਾਵਾਂ ਨੇ ਹਰ ਜਗ੍ਹਾ ਹੀ ਹੁੰਦੀਆਂ ਨੇ। ਤੇ ਦੁਨੀਆ ਦੇ ਵਿੱਚ ਦੇਖ ਲਓ, ਭਾਵੇਂ ਉਹ ਭਾਰਤ ਹੈ, ਛੱਤੀਸਗੜ੍ਹ ਦਾ ਏਰੀਆ ਹੈ, ਸੋ ਕਿਵੇਂ ਨੇ ਜਿਹੜੇ ਉੱਥੇ ਜਿਹੜੇ ਮੂਲ ਵਾਸੀ ਨੇ, ਜਿਹੜੇ ਆਦਿਵਾਸੀ ਨੇ, ਉਹਨਾਂ ਨੂੰ ਉਜਾੜਿਆ ਜਾਂਦਾ ਹੈ। ਕਿਸ ਤਰ੍ਹਾਂ ਜਿਹੜੀਆਂ ਕਾਰਪੋਰੇਸ਼ਨ ਨੇ ਜਾਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਨੂੰ ਉਜਾੜ ਕੇ ਉੱਥੇ ਪਲਾਜ਼ੇ, ਉੱਥੇ ਹੋਟਲ, ਉੱਥੇ ਹੋਰ ਜਿਹੜਾ ਬਿਜ਼ਨਸ ਹੈ ਉਹ ਉਸਾਰਦੀਆਂ ਨੇ। ਇਹ ਇਕੱਲੇ ਇੱਕ ਦੇਸ਼ ਦੀ ਗੱਲ ਨਹੀਂ, ਇਹ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਵਾਪਰਦਾ ਹੈ ਤੇ ਉਹਨਾਂ ਦੀਆਂ ਜਿਹੜੀਆਂ ਰੱਖਾਂ ਨੇ ਉਹ ਤਬਾਹ ਕਰ ਦਿੱਤੀਆਂ ਜਾਂਦੀਆਂ ਨੇ। ਤਾਂ ਪਿਛਲੇ ਦਿਨੀ ਮੈਨੂੰ ਘੁੰਮ ਕੇ ਦੇਖਣ ਦਾ ਮੌਕਾ ਮਿਲਿਆ, ਸੋ ਕਿਸ ਤਰ੍ਹਾਂ ਇਹ ਲੋਕ ਰਹਿੰਦੇ ਸਨ ਤੇ ਕਿਸ ਤਰ੍ਹਾਂ ਇਹਨਾਂ ਨੂੰ ਉਜਾੜਿਆ ਗਿਆ। ਸੋ ਅਗਲੀ ਗੱਲ ਕਰਾਂਗੇ ਦੋਸਤੋ, ਪਿਛਲੇ ਦਿਨੀ ਸਾਡੇ ਬਹੁਤ ਹੀ ਨਾਮਵਰ ਐਥਲੀਟ ਮਿਲਖਾ ਸਿੰਘ ਤੇ ਉਹਨਾਂ ਦੀ ਪਤਨੀ ਇਸ ਦੁਨੀਆ ਤੋਂ ਚਲੇ ਗਏ। ਸੋ ਇਹ ਗੱਲ ਮੈਂ 2 ਹਫ਼ਤੇ ਬਾਅਦ ਇਸ ਕਰਕੇ ਕਰ ਰਿਹਾ, ਭਾਵੇਂ ਉਹਨਾਂ ਦੀ ਜਿਹੜੀ ਮੌਤ ਹੈ ਉਹ 18 ਜੂਨ 2021 ਨੂੰ ਹੋਈ ਸੀ, ਮਾਫ ਕਰਨਾ 18 ਜੂਨ 2021 ਨੂੰ, 91 ਸਾਲ ਦੇ ਸਨ। ਉਹਨਾਂ ਨੇ ਤਕਰੀਬਨ ਲੰਮਾ ਅਰਸਾ ਪਹਿਲਾਂ 1961, 62, 63, 64 ਇਹਨਾਂ ਸਾਲਾਂ ਦੀਆਂ ਗੱਲਾਂ ਨੇ। ਤੇ ਜਦੋਂ ਮਿਲਖਾ ਸਿੰਘ ਨੇ ਆਪਣੀ ਧਾਕ ਹੈ ਜਿਹੜੀ ਉਹ ਪੂਰੀ ਦੁਨੀਆ ਦੇ ਵਿੱਚ ਜਮਾਈ, ਬਹੁਤ ਸਾਰੇ 골ਡ ਮੈਡਲ ਲਏ। ਠੀਕ ਆ, ਓਲੰਪਿਕ ਦੇ ਵਿੱਚ ਚੌਥੇ ਨੰਬਰ ਤੇ ਰਹਿ ਗਏ ਸੀ, ਲੇਕਿਨ ਉਹਨਾਂ ਦਾ ਜਿਹੜਾ ਨਾਂ ਸੀ ਉਹ ਪੂਰੀ ਦੁਨੀਆ ਦੇ ਵਿੱਚ ਇੱਕ ਉੱਡਣਾ ਸਿੱਖ ਦੀ ਤੌਰ ਤੇ ਮਸ਼ਹੂਰ ਹੋਇਆ। ਮੈਂ ਤੁਹਾਡੇ ਨਾਲ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਬੜੀ ਟੈਕਨੋਲੋਜੀ ਆਈ, ਬੜੀਆਂ ਸਹੂਲਤਾਂ ਵਧੀਆਂ ਤੇ ਸਾਡੀ ਜਿਹੜੀ ਆਜ਼ਾਦੀ ਨੂੰ ਵੀ ਲੰਮਾ ਅਰਸਾ ਬੀਤ ਗਿਆ। ਲੇਕਿਨ ਜਦੋਂ ਕੋਈ ਅੰਤਰਰਾਸ਼ਟਰੀ ਟੂਰਨਾਮੈਂਟ ਆਉਂਦਾ ਹੈ, ਜਦੋਂ ਖੇਡਾਂ ਆਉਂਦੀਆਂ ਨੇ, ਜਦੋਂ ਓਲੰਪਿਕ ਹੁੰਦੀ ਹੈ, ਤੇ ਸਾਡਾ ਜਿਹੜਾ ਗ੍ਰਾਫ ਆ ਉਹ ਥੱਲੇ ਥੱਲੇ ਗਿਰਦਾ ਜਾ ਰਿਹਾ। ਕੋਈ ਸਮਾਂ ਸੀ ਅਸੀਂ ਹਾਕੀ 'ਚ 골ਡ ਮੈਡਲ ਲੈਂਦੇ ਸੀ, ਸਿਲਵਰ ਮੈਡਲ ਲੈਂਦੇ ਸੀ, ਲੇਕਿਨ ਹੌਲੀ ਹੌਲੀ ਅਸੀਂ ਉਸ ਨਕਸ਼ੇ ਤੋਂ ਅਲੋਪ ਹੁੰਦੇ ਜਾ ਰਹੇ ਹਾਂ। ਸੋ ਕੀ ਕਾਰਨ ਹੈ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਕਾਰਨ ਹੈ ਕਿ ਐਡਾ ਬੜਾ ਮੁਲਕ ਜਿਹਦੀ ਕੋਈ ਵੀ ਉੱਥੇ ਹੋਂਦ ਤੁਹਾਨੂੰ ਨਜ਼ਰ ਨਹੀਂ ਆਉਂਦੀ, ਤੇ ਜਦੋਂ ਕਿ ਬਾਕੀ ਮੁਲਕ ਨੇ ਜਿਹਨਾਂ ਦੇ ਐਥਲੀਟ ਇੰਨੇ ਵਧੀਆ ਨੇ, ਇੰਨੇ ਉਹ ਸਾਡਾ ਕਿਤੇ ਨਾਂ ਨਿਸ਼ਾਨ ਵੀ ਨਹੀਂ ਹੁੰਦਾ। ਜਿਹੜੀ ਉਹ ਸੂਚੀ ਹੁੰਦੀ ਹੈ ਤਮਗਿਆਂ ਦੀ, ਤਾਂ ਉਹਦੇ ਵਿੱਚ ਸਾਡਾ ਕਿਤੇ ਨਾਂ ਨਿਸ਼ਾਨ ਵੀ ਨਹੀਂ ਹੁੰਦਾ। ਸੋ ਇਹ ਸੋਚਣ ਦੀ ਲੋੜ ਹੈ ਕਿ ਇਹ ਸਾਡੀਆਂ ਸਰਕਾਰਾਂ ਦੀਆਂ ਪਾਲਿਸੀਜ਼ ਗਲਤ ਨੇ, ਜਾਂ ਅਸੀਂ ਸਪੋਰਟਸ ਦੇ ਵਿੱਚ ਰੁਚੀ ਲੈਣੀ ਛੱਡ ਦਿੱਤੀ ਹੈ। ਕੀ ਅਸੀਂ ਕੋਈ ਮੁੜ ਕੇ ਫਿਰ ਮਿਲਖਾ ਸਿੰਘ ਪੈਦਾ ਕਰ ਸਕਾਂਗੇ? ਕੀ ਕਦੇ ਕੋਈ ਪੰਜਾਬੀ ਜਿਹੜੀ 100 ਮੀਟਰ ਦੀ ਦੌੜ ਓਲੰਪਿਕ ਦੇ ਵਿੱਚ ਹੁੰਦੀ ਆ, ਫਾਈਨਲ ਦੌੜ, ਕੀ ਉੱਥੋਂ ਤੱਕ ਪਹੁੰਚ ਸਕੇਗਾ? ਕੀ ਜਿਹੜਾ ਭਾਈ ਭਤੀਜਾਵਾਦ ਹੈ ਜਾਂ ਰਿਸ਼ਵਤਖੋਰੀ ਹੈ, ਕੀ ਉਹਨੂੰ ਹੈ ਜਿਹੜਾ ਉਹ ਸਾਡੀਆਂ ਖੇਡਾਂ ਦੇ ਵਿੱਚੋਂ ਮਨਫੀ ਕੀਤਾ ਜਾ ਸਕੇਗਾ? ਸਿਫਾਰਸ਼ੀ ਬੰਦੇ ਨੇ ਜਿਹੜੇ ਉਹ ਕਿਵੇਂ ਆਉਣੋਂ ਬੰਦ ਹੋਣਗੇ? ਸੋ ਸਾਨੂੰ ਮਿਲਖਾ ਸਿੰਘ ਦੇ ਜਾਣ ਤੋਂ ਬਾਅਦ ਇਹ ਜਿਹੜੇ ਪ੍ਰਸ਼ਨ ਨੇ ਪੈਦਾ ਹੋ ਰਹੇ, ਇਹਨਾਂ ਤੇ ਜ਼ਰੂਰ ਗੌਰ ਕਰਨਾ ਚਾਹੀਦਾ। ਤਾਂ ਹੀ ਮਿਲਖਾ ਸਿੰਘ ਨੂੰ ਇਹ ਸਾਡੀ ਸ਼ਰਧਾਂਜਲੀ ਹੋਵੇਗੀ। ਜੇ ਅਸੀਂ ਕੋਈ ਹੋਰ ਮਿਲਖਾ ਸਿੰਘ ਪੈਦਾ ਕਰ ਸਕਦੇ ਹਾਂ ਜਾਂ ਕਰ ਸਕਾਂਗੇ। ਮਿਲਖਾ ਸਿੰਘ ਨੇ ਆਪਣੇ ਜਿਉਂਦੇ ਜੀ ਕਿਹਾ ਸੀ ਕਿ ਜਿਹੜਾ ਜਿੱਥੇ ਤੱਕ ਮੈਂ ਪਹੁੰਚਿਆ ਹਾਂ, ਜੇ ਕੋਈ ਉੱਥੇ ਤੱਕ ਵੀ ਪਹੁੰਚ ਜਾਵੇ ਓਲੰਪਿਕ ਖੇਡਾਂ ਦੇ ਵਿੱਚ, ਜਿਹੜੀ ਐਥਲੈਟਿਕ ਦੀਆਂ ਜਿਹੜੀਆਂ ਈਵੈਂਟਸ ਨੇ, ਜੇ ਉਹਨਾਂ ਤੱਕ ਵੀ ਕੋਈ ਪਹੁੰਚ ਜਾਵੇ ਤਾਂ ਮੈਂ ਇਨਾਮ ਦੇਵਾਂਗਾ। ਲੇਕਿਨ ਉਹਦੇ ਜੀਦੇ ਜੀ ਉਸ ਇਨਾਮ ਨੂੰ ਕੋਈ ਵੀ ਨਹੀਂ ਜਿੱਤ ਸਕਿਆ। ਸੋ ਅਗਲੀ ਖਬਰ ਦੇ ਵਿੱਚ ਦੋਸਤੋ ਮੈਂ ਤੁਹਾਡੇ ਨਾਲ ਇੱਕ ਬਹੁਤ ਹੋਰ ਜਿਹੜੀ ਮੇਰੇ ਦਿਲ ਨੂੰ ਟੁੰਬਦੀ ਜਾਂ ਕਹਿ ਲਓ ਮੇਰੇ ਦਿਲ ਨੂੰ ਪਰੇਸ਼ਾਨ ਕਰਦੀ ਹੈ ਗੱਲ,
ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸਾਡੇ ਇਸ ਮੁਲਕ ਦੇ ਵਿੱਚ, ਕੈਨੇਡਾ ਦੇ ਵਿੱਚ, ਭਾਰਤ ਤੋਂ ਬਹੁਤ ਸਾਰੇ ਨੌਜਵਾਨ ਵਿੱਦਿਆ ਪ੍ਰਾਪਤ ਕਰਨ ਲਈ ਇਸ ਮੁਲਕ ਦੇ ਵਿੱਚ ਆਉਂਦੇ ਨੇ, ਜਾਂ ਇਹ ਕਹਿ ਲਓ ਕਿ ਆਪਣੇ ਮਾਪਿਆਂ ਦੇ ਚੰਗੇਰੇ ਭਵਿੱਖ ਲਈ, ਆਪਣੇ ਚੰਗੇਰੇ ਭਵਿੱਖ ਲਈ ਉਹ ਇੱਥੇ ਆਉਂਦੇ ਨੇ। ਸੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਸੀਂ ਉੱਥੋਂ ਤੁਰਨ ਲੱਗੇ ਬੱਚਿਆਂ ਨੂੰ ਚੰਗੀ ਤਰ੍ਹਾਂ ਗਾਈਡ ਨਹੀਂ ਕਰਦੇ, ਚੰਗੀ ਤਰ੍ਹਾਂ ਦੱਸਦੇ ਨਹੀਂ। ਕੋਈ ਸਮਾਂ ਹੁੰਦਾ ਸੀ ਜਦੋਂ ਕੋਈ ਬੱਚਾ ਵਿਦੇਸ਼ਾਂ ਨੂੰ ਜਾਂਦਾ ਸੀ ਤਾਂ ਮਾਪੇ, ਮਾਂ-ਬਾਪ, ਉਹਦਾ ਭਾਈਚਾਰਾ ਉਹਨੂੰ ਸਿੱਖਿਆਵਾਂ ਦਿੰਦੇ ਸੀ ਕਿ ਬੇਟਾ ਉੱਥੇ ਜਾ ਕੇ ਤੂੰ ਆਹ ਗੱਲਾਂ ਨਹੀਂ ਕਰਨੀਆਂ, ਬੇਟਾ ਤੂੰ ਉੱਥੇ ਜਾ ਕੇ ਇਸ ਤਰ੍ਹਾਂ ਨਹੀਂ ਕਰਨਾ। ਲੇਕਿਨ ਅੱਜ ਜਿਹੜਾ ਹੈਗਾ ਉਹ ਨਾ ਬੱਚੇ ਸੁਣਨ ਨੂੰ ਤਿਆਰ ਨੇ ਤੇ ਨਾ ਹੀ ਮਾਪੇ ਨੇ ਜਿਹੜੇ ਉਹ ਕੋਈ ਸਿੱਖਿਆ ਦੇਣ ਨੂੰ ਤਿਆਰ ਨੇ। ਉਹਨਾਂ ਨੂੰ ਤਾਂ ਇਹ ਹੁੰਦਾ ਕਿ ਸਾਡਾ ਬੱਚਾ ਕਿਵੇਂ ਨਾ ਕਿਵੇਂ ਕੈਨੇਡਾ ਚਲੇ ਜਾਵੇ ਤੇ ਉਹਦੇ ਮਗਰ ਅਸੀਂ ਚਲੇ ਜਾਈਏ ਤੇ ਗੱਲ ਖਤਮ ਹੈ। ਉਹਨਾਂ ਦਾ ਨਿਸ਼ਾਨਾ ਜਿਹੜਾ ਸਿਰਫ ਇੱਥੋਂ ਤੱਕ ਸੀਮਿਤ ਹੈ। ਸੋ ਦੋਸਤੋ, ਸਾਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਪਵੇਗਾ। ਮੈਂ ਜਿਹੜੀ ਗੱਲ ਕਰ ਰਿਹਾ ਉਹ ਇਹ ਕਰ ਰਿਹਾ ਕਿ ਸਾਡੇ ਬੱਚੇ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਵਿਦਿਆਰਥੀ ਆਉਂਦੇ ਨੇ ਤੇ ਠੀਕ ਹੈ, ਵੀਕਐਂਡ ਆਉਂਦਾ ਤਾਂ ਉਹ ਆਪਣੇ ਮਨੋਰੰਜਨ ਲਈ ਇੱਧਰ ਉੱਧਰ ਘੁੰਮਣ ਫਿਰਨ ਵੀ ਜਾਂਦੇ ਨੇ, ਪਾਰਟੀਆਂ ਵੀ ਕਰਦੇ ਨੇ। ਲੇਕਿਨ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਸਾਡੀਆਂ ਜਿਹੜੀਆਂ ਇਹ ਬੱਚਿਆਂ ਦੀਆਂ ਪਾਰਟੀਆਂ ਨੇ ਜਾਂ ਇਹ ਬੱਚਿਆਂ ਦੇ ਛੋਟੇ ਛੋਟੇ ਟ੍ਰਿਪ ਨੇ, ਕਈ ਵਾਰ ਉਹ ਬੀਚਸ 'ਤੇ ਘੁੰਮਣ ਜਾਂਦੇ ਨੇ, ਕਈ ਵਾਰ ਉਹ ਹਾਈਕਿੰਗ ਲਈ ਜਾਂਦੇ ਨੇ, ਤੇ ਇਹਦੇ ਵਿੱਚ ਜਿਹੜੀ ਸ਼ਰਾਬ ਹੈ ਉਹ ਕਾਫੀ ਇਨਵੋਲਵ ਹੁੰਦੀ ਆ। ਵੈਸੇ ਤਾਂ ਬੱਚਿਆਂ ਨੇ ਵੱਡਿਆਂ ਤੋਂ ਹੀ ਸਿੱਖਣਾ ਹੁੰਦਾ ਹੈ, ਸਾਡੇ ਵੱਡੇ ਵੀ ਤਾਂ ਇਦਾਂ ਹੀ ਕਰਦੇ ਨੇ। ਕਿਸੇ ਟੂਰ ਤੇ ਜਾਣਾ ਹੋਵੇ ਤਾਂ ਸ਼ਰਾਬ ਮੁੱਕ, ਕੋਈ ਟੂਰਨਾਮੈਂਟ ਹੋ ਰਿਹਾ ਹੋਵੇ ਤਾਂ ਅਸੀਂ ਡਿੱਗੀਆਂ ਦੇ ਵਿੱਚ ਸ਼ਰਾਬ ਧਰ ਕੇ ਲੈ ਜਾਂਦੇ ਹਾਂ। ਪਾਰਟੀਆਂ ਦੇ ਵਿੱਚ ਤਾਂ ਪੀਣੀ ਉਹੀ ਪੀਣੀ ਹੈ। ਸਾਡਾ ਕੋਈ ਵੀ ਜਿਹੜੀ ਵਕੇਸ਼ਨ ਹੈ ਜਾਂ ਸਾਡੇ ਜਿਹੜੇ ਟ੍ਰਿਪ ਨੇ, ਟੂਰ ਨੇ, ਅਸੀਂ ਕੁਦਰਤ ਦਾ ਨਜ਼ਾਰਾ ਮਾਣਨ ਜਾਂਦੇ ਹਾਂ, ਲੇਕਿਨ ਅਸੀਂ ਕੁਦਰਤ ਨਾਲੋਂ ਵੱਧ ਸ਼ਰਾਬ ਦਾ ਨਜ਼ਾਰਾ ਵੱਧ ਮਾਣਦੇ ਹਾਂ। ਸੋ ਇਹ ਜਿਹੜਾ ਅਸੀਂ ਇੱਕ ਬੱਚਿਆਂ ਨੂੰ ਮਤਲਬ ਆਪਣੀ ਵਿਰਾਸਤ ਦਿੱਤੀ ਹੈ ਉਹ ਬੱਚਿਆਂ ਦੇ ਵਿੱਚ ਦੇਖਣ ਦੇ ਵਿੱਚ ਆਈ ਹੈ। ਸੋ ਦੋਸਤੋ, ਪਿਛਲੇ ਦਿਨੀ ਸਾਡੇ ਇੱਥੇ ਬਹੁਤ ਸਾਰੇ ਬੱਚੇ ਨੇ ਜਿਹੜੇ ਉਹਨਾਂ ਦੀ ਜਿਹੜੀ ਸਮੱਸਿਆ, ਕਾਰਾਂ ਦੇ ਹਾਦਸੇ ਤੇ ਪਾਣੀ ਵਿੱਚ ਡੁੱਬ ਕੇ ਮਰ ਜਾਣਾ, ਤੇ ਇਹ ਸਾਹਮਣੇ ਆਏ ਨੇ। ਸੋ ਮੈਂ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਦੋਂ ਤੁਸੀਂ ਬੀਚਸ ਤੇ ਜਾਂਦੇ ਹੋ ਜਾਂ ਦਰਿਆਵਾਂ ਤੇ ਜਾਂਦੇ ਹੋ ਤਾਂ ਪਹਿਲੀ ਗੱਲ ਤਾਂ ਇਹ ਹੈ, ਜੇ ਤੁਹਾਨੂੰ ਤਰਨਾ ਨਹੀਂ ਆਉਂਦਾ ਤਾਂ ਪਾਣੀ ਵਿੱਚ ਬਿਲਕੁਲ ਨਾ ਜਾਵੋ। ਤਾਂ ਦੂਜੀ ਗੱਲ ਮੈਂ ਇਹ ਕਹੂੰਗਾ ਕਿ ਜੇ ਤੁਹਾਡੀ ਸ਼ਰਾਬ ਪੀਤੀ ਹੋਈ ਹੈ, ਪਹਿਲਾਂ ਤਾਂ ਤੁਹਾਨੂੰ ਸ਼ਰਾਬ ਪੀ ਕੇ ਇਸ ਦੀਆਂ ਥਾਵਾਂ ਤੇ ਜਾਣਾ ਹੀ ਨਹੀਂ ਚਾਹੀਦਾ। ਜੇ ਸ਼ਰਾਬ ਪੀਤੀ ਹੋਈ ਹੈ ਤਾਂ ਬਿਲਕੁਲ ਕਿਸੇ ਪਾਣੀ ਵਿੱਚ ਨਾ ਜਾਵੋ ਤੇ ਬਿਲਕੁਲ ਕਿਸੇ ਗੱਡੀ ਦੇ ਸਟੀਅਰਿੰਗ ਨੂੰ ਹੱਥ ਤੱਕ ਨਾ ਲਗਾਵੋ। ਤੇ ਦੂਸਰੀ ਜਿਹੜੀ ਮੈਂ ਗੱਲ ਕਹਾਂਗਾ ਕਿ ਬੱਚਿਆਂ 'ਚ ਪੀਅਰ ਪ੍ਰੈਸ਼ਰ, ਤੇ ਅਸੀਂ ਕਹਿ ਦਿੰਦੇ ਆ ਉਹ ਕੋਈ ਗੱਲ ਨਹੀਂ, ਕਿਉਂ ਡਰੀ ਜਾਂਦਾ, ਆ ਜਾ, ਪਾਣੀ ਤੈਨੂੰ ਕੁਛ ਨਹੀਂ ਕਹਿੰਦਾ, ਆ ਜਾ, ਗਾਹਾਂ ਨੂੰ ਆ ਜਾ। ਸਾਨੂੰ ਦੂਸਰੇ ਬੰਦੇ ਦੀ ਸਥਿਤੀ ਦਾ ਨਹੀਂ ਪਤਾ ਹੁੰਦਾ ਤੇ ਇਵੇਂ ਹੀ ਅਸੀਂ ਡਰਾਈਵ ਕਰਨ ਲੱਗੇ ਕਹਿੰਦੇ ਕੀ ਆ ਯਾਰ, ਤੇਰੇ 2 ਪੈਗ ਲਾਏ ਹੋਏ ਨੇ, ਕਿਧਰੇ ਨੂੰ ਤੈਨੂੰ ਕੋਈ ਮੂੰਹ 'ਚ ਪਾਉਂਦਾ, ਚਲਾ ਲੈ ਗੱਡੀ, ਜਾਂ ਪਰੇ ਹੱਟ, ਮੈਂ ਚਲਾਉਣਾ, ਦੇਖਾਂ ਮੈਨੂੰ ਕੀ ਹੋ ਜਾਊਗਾ। ਇੱਕ ਦੂਸਰੇ ਨੂੰ ਫੋਰਸ ਕਰਨਾ, ਉਹਦੀ ਮਰਜ਼ੀ ਦੇ ਅਨੁਸਾਰ ਉਹਨੂੰ ਚੱਲਣ ਨਾ ਦੇਣਾ, ਤੇ ਇਹ ਜਿਹੜੀਆਂ ਦੋਨੋਂ ਚੀਜ਼ਾਂ ਨੇ ਇਹ ਹਾਦਸਿਆਂ ਨੂੰ ਜਨਮ ਦਿੰਦੀਆਂ ਨੇ ਤੇ ਇਹਦੇ ਨਾਲ ਐਕਸੀਡੈਂਟ ਵੀ ਹੁੰਦੇ ਨੇ। ਗਰਮੀ ਦੇ ਦਿਨਾਂ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਨੌਜਵਾਨ ਬੱਚੇ ਨੇ ਪਿਛਲੇ 2-3 ਸਾਲਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਉਹ ਕਾਰ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਤੇ ਇਸੇ ਤਰ੍ਹਾਂ ਬਹੁਤ ਸਾਰੇ ਬੱਚੇ ਨੇ ਜਿਹੜੇ ਉਹਨਾਂ ਦੀ ਪਾਣੀ ਦੇ ਵਿੱਚ ਡੁੱਬਣ ਨਾਲ ਮੌਤ ਹੋਈ ਹੈ। ਤੇ ਜਦੋਂ ਤੁਸੀਂ ਬੱਚਿਆਂ ਨੂੰ ਬਾਹਰ ਭੇਜਦੇ ਹੋ, ਜਾਂ ਸਾਡੇ ਇੱਥੇ ਦੇ ਜੰਮੇ ਬੱਚੇ ਨੇ, ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਬੱਚੇ ਗਲਤੀਆਂ ਨਹੀਂ ਕਰਦੇ, ਸਾਡੇ ਇੱਥੇ ਵਾਲੇ ਵੀ ਕਰਦੇ ਨੇ, ਤਾਂ ਜ਼ਰੂਰ ਇਹਨਾਂ ਨੂੰ ਇਹ ਸਮਝਾਓ ਕਿ ਬੇਟਾ ਇਹ ਚੀਜ਼ਾਂ ਨਾ ਕਰੋ। ਇਕੱਲੇ ਬੇਟਾ ਨਹੀਂ, ਸਾਡੀਆਂ ਜਿਹੜੀਆਂ ਬੇਟੀਆਂ ਵੀ ਨੇ, ਬੱਚੀਆਂ ਵੀ ਨੇ, ਉਹ ਵੀ ਦੇਖਣ ਦੇ ਵਿੱਚ ਆਇਆ ਕਿ ਉਹ ਵੀ ਨਸ਼ਾ ਯੂਜ਼ ਕਰਦੀਆਂ ਨੇ, ਨਸ਼ਾ ਵਰਤਦੀਆਂ ਨੇ, ਉਹਨਾਂ ਦੇ ਵੀ ਹਾਦਸੇ ਹੋਏ ਨੇ, ਭਾਵੇਂ ਉਸ ਪੱਧਰ ਤੇ ਨਹੀਂ ਹਨ, ਲੇਕਿਨ ਸਾਨੂੰ ਇਹਨਾਂ ਬੱਚਿਆਂ ਨੂੰ ਸਮਝਾਉਣਾ ਪਵੇਗਾ। ਸੋ ਇਸੇ ਤਰ੍ਹਾਂ ਦੋਸਤੋ, ਆਪਾਂ ਹੋਰ ਜੇ ਗੱਲਾਂ ਤਾਂ ਜਿਹੜਾ ਹੈਗਾ ਕੋਵਿਡ ਭਾਵੇਂ ਕਾਫੀ ਹੱਦ ਤੱਕ ਜਿਹੜਾ ਹੈਗਾ ਉਹਦੇ ਉੱਤੇ ਕਾਬੂ ਪਾ ਲਿਆ ਗਿਆ। ਸਾਡੇ ਇੱਥੇ ਫੀਲ ਦੇ ਵਿੱਚ ਅੱਜ ਜਦੋਂ ਮੈਂ ਖਬਰਾਂ ਤੁਹਾਡੇ ਨਾਲ ਇਹ ਪ੍ਰੋਗਰਾਮ ਸਾਂਝਾ ਕਰ ਰਿਹਾ ਤਾਂ ਸਾਡੇ ਇੱਥੇ ਜਿਹੜੀ ਕੋਵਿਡ ਦੇ ਪੋਜ਼ਿਟਿਵ ਮਰੀਜ਼ ਨੇ ਉਹਨਾਂ ਦੀ ਗਿਣਤੀ 10 ਤੋਂ ਵੀ ਘੱਟ ਹੈ, ਤੇ ਕਿੱਥੇ 900, ਕਿੱਥੇ ਹੁਣ 10 ਵੀ ਨਹੀਂ ਹੈਗੇ। ਤੇ ਇਹ ਜਿਹੜਾ ਸਾਰਾ ਕੁਝ ਹੋਇਆ, ਇਹ ਜਿਹੜਾ ਗ੍ਰਾਫ ਹੈ ਜਿਹੜਾ ਥੱਲੇ ਆਇਆ, ਇਸ ਕਰਕੇ ਥੱਲੇ ਆਇਆ ਕਿ ਤੁਸੀਂ ਸਾਰਿਆਂ ਨੇ ਵੈਕਸੀਨ ਜਿਹੜੀ ਡਰਾਈਵ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ, ਤੇ ਵੈਕਸੀਨ ਲੱਗਣ ਨਾਲ, ਖਾਸ ਕਰਕੇ ਸੈਕੰਡ ਡੋਜ਼ ਲੱਗਣ ਨਾਲ, ਤੇ ਜਿਹੜਾ ਹੈ ਇਹ ਇਹਨਾਂ ਜਿਹੜੀ ਗਿਣਤੀ ਹੈ ਜਿਹੜੀ ਉਹ ਕੇਸਾਂ ਦੀ ਥੱਲੇ ਆਈ ਹੈ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਸ ਨੂੰ ਇਸੇ ਤਰ੍ਹਾਂ ਬਣਾ ਕੇ ਰੱਖੋ। ਭਾਵੇਂ ਤੁਹਾਡੇ ਸੈਕੰਡ ਡੋਜ਼ ਲੱਗ ਵੀ ਗਈ ਹੈ, ਲੇਕਿਨ ਜਿਹੜਾ ਡੈਲਟਾ ਵੇਰੀਐਂਟ, ਡੈਲਟਾ ਅਤੇ ਡੈਲਟਾ ਪਲੱਸ ਹੈ, ਉਸ ਦੇ ਕੇਸ ਨੇ ਜਿਹੜੇ ਭਾਰਤ ਦੇ ਵਿੱਚ ਵੀ ਵੱਧ ਰਹੇ ਨੇ, ਇੰਗਲੈਂਡ ਦੇ ਵਿੱਚ ਵੀ ਵੱਧ ਰਹੇ ਨੇ, ਤੇ ਅਮਰੀਕਾ ਦੇ ਵਿੱਚ ਵੀ ਵੱਧ ਰਹੇ ਨੇ। ਇਹ ਜਿਹੜਾ ਵਾਇਰਸ ਹੈ ਉਸ ਤੋਂ ਵੀ ਖਤਰਨਾਕ ਹੈ, ਤੇ ਜੇ ਤੁਸੀਂ ਮਾੜੀ ਜਿਹੀ ਵੀ ਢਿੱਲ ਵਰਤੀ
ਤਾਂ ਹੋ ਸਕਦਾ ਕਿ ਚੌਥੀ ਲਹਿਰ ਨੂੰ ਜਨਮ ਦੇ ਦੇਵੇ। ਤੇ ਆਪਾਂ ਨਹੀਂ ਚਾਹੁੰਦੇ ਕਿ ਜਿਹੜੀ ਇਕੋਨਮੀ ਆ ਉਹ ਮੁੜ ਕੇ ਫੇਰ ਉਸੇ ਸਿਚੁਏਸ਼ਨ ਦੇ ਵਿੱਚ ਜਾਵੇ। ਹੁਣ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਇੱਥੇ ਸੈਕੰਡ ਸਟੈਪ ਹੈ ਜਿਹੜਾ ਉਹ ਖੁੱਲ੍ਹ ਚੁੱਕਿਆ ਤਾਲਾਬੰਦੀ ਦਾ। ਤੇ ਹੁਣ ਜਿਹੜੇ ਹੈਗੇ ਨੇ ਬਿਊਟੀ ਸੈਲੂਨ, ਹੇਅਰ ਪਾਰਲਰ ਜਾਂ ਕਹਿ ਲਓ ਨੇਲ ਸਪਾ, ਇਹ ਸਾਰੇ ਖੁੱਲ੍ਹ ਗਏ ਨੇ। ਤੇ ਜਿਹੜੀ ਗਿਣਤੀ ਹੈ ਉਹ ਵੀ ਵਧਾ ਦਿੱਤੀ ਗਈ ਹੈ। ਘਰਾਂ ਤੋਂ ਬਾਹਰ ਤੁਸੀਂ 25 ਤੱਕ ਲੋਕ ਇਕੱਠੇ ਹੋ ਸਕਦੇ ਹੋ। ਤੇ ਜਿਹੜੇ ਪੈਟੀਓ ਦੇ ਉੱਪਰ ਬੈਠਣ ਦੀ ਗਿਣਤੀ ਹੈ ਉਹ ਵੀ ਵਧਾ ਦਿੱਤੀ ਗਈ ਹੈ। ਆਪਾਂ ਚਾਹੁੰਦੇ ਹਾਂ ਕਿ ਇਕੋਨਮੀ ਹੋਰ ਵੀ ਖੁੱਲੇ ਤੇ ਜਿਹੜੇ ਲੋਕਾਂ ਨੂੰ ਕੰਮਾਂ ਤੋਂ ਲੇ ਆਫ ਹੋਈ ਹੈ ਤੇ ਉਹ ਲੋਕ ਮੁੜ ਕੇ ਵਾਪਸ ਆਪਣੇ ਕੰਮਾਂ ਤੇ ਜਾਣ ਤੇ ਜਿਹੜੀ ਜ਼ਿੰਦਗੀ ਹੈ ਉਹ ਆਮ ਚੱਲ ਪਵੇ। ਸੋ ਇਹ ਤੁਹਾਡੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਸੋ ਜੇ ਤੁਸੀਂ ਅਜੇ ਤੱਕ ਆਪਣੀ ਸੈਕੰਡ ਡੋਜ਼ ਨਹੀਂ ਲਈ ਤਾਂ ਸੈਕੰਡ ਡੋਜ਼ ਜ਼ਰੂਰ ਲਵੋ। ਤੇ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜੇ ਸਾਡੇ ਭਾਰਤ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਦਰਸ਼ਕ ਨੇ। ਸੋ ਹੁਣ ਖੁੱਲ੍ਹੇਗਾ, ਫਲਾਈਟਾਂ ਵੀ ਖੁੱਲ੍ਹ ਜਾਣਗੀਆਂ ਤੇ ਤੁਹਾਡੇ ਬੱਚੇ ਫਿਰ ਕੈਨੇਡਾ ਨੂੰ ਆ ਸਕਣਗੇ ਜਿਹੜੇ ਹੁਣ ਉੱਥੇ ਆਨਲਾਈਨ ਸਟੱਡੀ ਕਰਦੇ ਨੇ। ਤੇ ਤੁਸੀਂ ਇਹ ਮੇਕ ਸ਼ੋਰ ਕਰ ਲਿਓ ਜਿਹੜੇ ਕੰਟਰੀ 'ਚ ਵੀ ਤੁਸੀਂ ਆਪਣੇ ਬੱਚੇ ਭੇਜ ਰਹੇ ਹੋ ਉੱਥੋਂ ਦੀ ਜਿਹੜੇ ਸਰਕਾਰ ਹੈ ਜਾਂ ਉੱਥੋਂ ਦੀ ਉੱਥੋਂ ਜਿਹੜਾ ਦੇਸ਼ ਆ ਉਹਦੀਆਂ ਕੀ ਪਾਲਿਸੀਜ਼ ਨੇ। ਤੇ ਜਿਹੜੀ ਤੁਹਾਡੇ ਬੱਚੇ ਨੇ ਵੈਕਸੀਨ ਲਈ ਹੋਈ ਹੈ ਕੀ ਉਸ ਨੂੰ ਉੱਥੇ ਪ੍ਰਵਾਨਗੀ ਦਿੱਤੀ ਗਈ ਹੈ? ਕੀ ਤੁਹਾਡੇ ਬੱਚੇ ਨੂੰ 에ਅਰਪੋਰਟ ਤੋਂ ਵਾਪਸ ਤਾਂ ਨਹੀਂ ਮੋੜ ਦਿੱਤਾ ਜਾਵੇਗਾ ਜਾਂ ਉਸ ਨੂੰ ਕੁਆਰੰਟਾਈਨ ਦੇ ਵਿੱਚ ਤਾਂ ਨਹੀਂ ਪਾ ਦਿੱਤਾ ਜਾਵੇਗਾ? ਸੋ ਆਪਣੇ ਟਰੈਵਲ ਏਜੰਟ ਨਾਲ ਜਿਸ ਤੋਂ ਤੁਸੀਂ ਟਿਕਟ ਲੈਂਦੇ ਹੋ ਜਾਂ ਤੁਸੀਂ ਉਸ ਅੰਬੈਸੀ ਨਾਲ ਇਹ ਪੂਰੀ ਚੰਗੀ ਤਰ੍ਹਾਂ ਕੰਸਲਟ ਕਰ ਲਓ ਕਿ ਤੁਹਾਡੇ ਜਿਹੜੇ ਬੱਚੇ ਦੇ ਵੈਕਸੀਨ ਲੱਗੀ ਹੋਈ ਹੈ, ਡਬਲ ਡੋਜ਼ ਲੱਗੀ ਹੋਈ ਹੈ, ਤਾਂ ਕੀ ਉਹ ਉੱਥੇ ਪ੍ਰਵਾਨ ਹੈ ਜਾਂ ਨਹੀਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਹੈ ਇਹ ਵੈਕਸੀਨ ਜਿਹੜੀ ਫੁੱਲੀ ਵੈਕਸੀਨੇਸ਼ਨ ਹੈ ਜਿਹੜਾ ਉਹਦਾ ਪ੍ਰੂਫ ਜਿਹੜਾ ਹੈਗਾ ਉਹ ਤੁਹਾਡੇ ਈਮੇਲਸ ਤੇ ਹੈਗਾ ਜਾਂ ਤੁਹਾਨੂੰ ਕੋਈ ਇੱਕ ਸਰਟੀਫਿਕੇਟ ਵੀ ਦਿੱਤਾ ਜਾ ਸਕਦਾ ਹੈ ਤੇ ਜਿਹਦੇ ਨਾਲ ਤੁਸੀਂ ਜਿਹੜੇ ਟਰੈਵਲ ਕਰਨ ਦੇ ਯੋਗ ਹੋ ਸਕਦੇ ਹੋ। ਸੋ ਦੋਸਤੋ BC ਦੇ ਵਿੱਚ ਪਿਛਲੇ ਦਿਨੀ ਤਾਪਮਾਨ ਹੈ ਜਿਹੜਾ ਉਹਨੇ ਸਿਖਰਾਂ ਨੂੰ ਛੂਹਿਆ। ਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਗੱਲ ਕਰਦੇ ਰਹਿੰਦੇ ਹਾਂ ਕਿ ਜਿਹੜੀ ਗਲੋਬਲ ਵਾਰਮਿੰਗ ਹੈ ਜਾਂ ਜਿਹੜਾ ਬਦਲ ਰਹੇ ਹਾਲਾਤ ਨੇ ਤਾਂ ਉਹਨੇ ਸਾਰੀ ਮਨੁੱਖਤਾ ਨੂੰ ਇੱਕ ਖਤਰੇ ਦਾ ਅਲਾਰਮ ਦਿੱਤਾ ਹੈ। ਤੇ ਜੇ ਅਸੀਂ ਇਸ ਨੂੰ ਨਾ ਕਾਬੂ ਕੀਤਾ ਤਾਂ ਹਾਲਾਤ ਕੁਝ ਵੀ ਹੋ ਸਕਦੇ ਨੇ। ਮੈਂ ਅੱਗੇ ਵੀ ਪ੍ਰੋਗਰਾਮ ਵਿੱਚ ਦੱਸਿਆ ਕਿ 300-400 ਸ਼ਹਿਰ ਹੈ ਜਿਹੜਾ ਉਹ ਗਲੋਬਲ ਵਾਰਮਿੰਗ ਕਾਰਨ ਜਿਹੜਾ ਸਮੁੰਦਰੀ ਸਤਹ ਹੈ ਉਹ ਵਧਣ ਦੇ ਨਾਲ ਪਾਣੀ ਦੇ ਵਿੱਚ ਡੁੱਬ ਸਕਦਾ। ਜਿਹੜੇ ਹੁਣ ਘੁੱਗ ਵਸਦੇ ਸ਼ਹਿਰ ਨੇ ਬਹੁਤ ਵੱਡੇ ਪੱਧਰ ਤੇ ਸੁਨਾਮੀਆਂ ਆ ਸਕਦੀਆਂ ਨੇ। ਤੇ ਇਹ ਉੱਚੇ ਤਾਪਮਾਨ ਨਾਲ ਤੇ ਜਿਹੜੇ ਆਈਸਬਰਗ ਨੇ ਜਾਂ ਜਿਹੜੀਆਂ ਬਰਫ਼ ਦੀਆਂ ਢਿੱਗਾਂ ਨੇ ਜਾਂ ਜਿਹੜੀਆਂ ਪਹਾੜਾਂ ਦੀਆਂ ਚੋਟੀਆਂ ਨੇ ਉਹ ਪਿਘਲ ਰਹੀਆਂ ਨੇ ਤੇ ਜਿਹਦੇ ਨਾਲ ਜਿਹੜੀ ਸਮੁੰਦਰੀ ਸਤਹ ਹੈ ਉਹ ਉੱਪਰ ਵੱਲ ਆ ਰਹੀ ਹੈ। ਸੋ ਪਿਛਲੇ ਦਿਨੀ ਵੈਨਕੂਵਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਾਪਮਾਨ ਨੇ ਸਿਖਰਾਂ ਨੂੰ ਛੂਹਿਆ। ਸੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਦੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨੂੰ ਘਰਾਂ ਦੇ ਵਿੱਚ 에ਅਰ ਕੰਡੀਸ਼ਨਾਂ ਦੀ ਲੋੜ ਪਵੇਗੀ। ਕੁਛ ਏਰੀਏ ਤਾਂ ਇਹੋ ਜਿਹੇ ਨੇ ਜਿੱਥੇ ਬਿਜਲੀ ਦੇ ਪੱਖੇ ਤੱਕ ਨਹੀਂ ਹਨ ਕਿਉਂਕਿ ਉਹਨਾਂ ਲੋਕਾਂ ਨੇ ਸੋਚਿਆ ਹੀ ਨਹੀਂ ਸੀ। ਔਰ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਦਾ ਇੱਕ ਸ਼ਹਿਰ ਹੈ ਲੈਟਨ। ਇਹ ਸ਼ਹਿਰ ਜਿਹੜਾ ਹੈ ਤਕਰੀਬਨ ਵੈਨਕੂਵਰ ਤੋਂ 312 ਕਿਲੋਮੀਟਰ ਦੂਰ ਹੈ। 3 ਘੰਟੇ ਦੀ ਡਰਾਈਵ ਹੈ। ਛੋਟਾ ਜਿਹਾ ਸ਼ਹਿਰ ਹੈ। ਇੱਥੇ ਜਿਹੜਾ ਤਾਪਮਾਨ ਹੈ ਉਹ ਰਿਕਾਰਡ ਕੀਤਾ ਗਿਆ 46 ਤੋਂ ਉੱਪਰ 49 ਤੱਕ ਮਹਿਸੂਸ ਕੀਤਾ ਜਾਂਦਾ ਸੀ। ਕੀ ਤੁਸੀਂ ਸੋਚ ਸਕਦੇ ਹੋ ਭਾਰਤ ਦੇ ਵਿੱਚ ਵੀ ਕਦੇ ਇੰਨਾ ਉੱਚਾ ਤਾਪਮਾਨ ਨਹੀਂ ਗਿਆ। ਕੈਮਲੂਪਸ ਦਾ ਏਰੀਆ ਹੈ, ਮਾਫ ਕਰਨਾ ਕਲੋਨਾ ਦਾ ਏਰੀਆ ਹੈ ਇਹ, ਕਲੋਨਾ ਦੇ ਏਰੀਏ ਦੇ ਵਿੱਚ ਸੋ ਇੰਨਾ ਉੱਚਾ ਤਾਪਮਾਨ ਚਲਿਆ ਗਿਆ। ਤੇ ਇਸ ਤਰ੍ਹਾਂ ਦੇ ਤਾਪਮਾਨ 'ਚ ਤਾਂ ਦੋਸਤੋ ਜਿਹੜਾ ਹੈਗਾ ਬਹੁਤ ਔਖਾ ਹੈ ਜਿਉਣਾ। ਤੁਸੀਂ ਭਾਰਤ ਦੇ ਵਿੱਚ ਵੀ ਇੰਨਾ 49 ਡਿਗਰੀ ਤੱਕ ਤਾਪਮਾਨ ਚਲੇ ਜਾਵੇ ਤਾਂ ਕੀ ਹਾਲਤ ਹੋ ਸਕਦੀ ਹੈ। ਸੋ ਇੱਥੇ ਦੋਸਤੋ ਅਜੇ ਇਸ ਜਿਹੜੀ ਤਾਪਮਾਨ ਨੇ ਲੋਕਾਂ ਨੂੰ ਭੁੰਨਿਆ ਤੇ ਲੋਕ ਅਜੇ ਉਸ ਦੁਖਾਂਤ ਚੋਂ ਬਾਹਰ ਨਹੀਂ ਸੀ ਨਿਕਲੇ। ਤੇ ਉੱਥੇ ਕੁਦਰਤੀ ਆਫਤ ਆ ਪਈ। ਮੈਂ ਇਹ ਨਹੀਂ ਕਹਿੰਦਾ ਕਿ ਤਾਪਮਾਨ ਵਧਣ ਨਾਲ, ਤੇ ਇੱਥੇ ਜਿਹੜੀ ਹੈ ਜੰਗਲਾਂ ਨੂੰ ਅੱਗ ਲੱਗ ਗਈ। ਤੇ ਜੰਗਲਾਂ ਨੂੰ ਅੱਗ ਲੱਗਣ ਨਾਲ ਤੇ ਇਹ ਜਿਹੜਾ ਸਾਰਾ ਹੀ ਲੈਟਨ ਸ਼ਹਿਰ ਹੈ ਇਹ 90% ਅੱਗ ਦੇ ਵਿੱਚ ਝੁਲਸ ਗਿਆ। ਘਰ ਸਾਰੇ ਸੜ ਗਏ ਕਿਉਂਕਿ ਤੁਹਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਲੱਕੜ ਦੇ ਘਰ ਹੁੰਦੇ ਨੇ, ਲੱਕੜ ਵਰਤੀ ਜਾਂਦੀ ਹੈ ਜ਼ਿਆਦਾ। ਸੋ ਇਹ ਹੱਸਦਾ ਵਸਦਾ ਘੁੱਗ ਵਸਦਾ ਸ਼ਹਿਰ ਸਵਾਹ ਦਾ ਢੇਰ ਬਣ ਗਿਆ। ਸੋ ਇਹ ਦੋਸਤੋ ਮੈਂ ਉਹੀ ਕਹਾਂਗਾ ਕਿ ਅਲਾਰਮਿੰਗ ਸਿਚੁਏਸ਼ਨ ਹੈ ਤੇ ਹਰ ਬੰਦਾ ਇਸ ਦਾ ਜ਼ਿੰਮੇਵਾਰ ਹੈ। ਗਲੋਬਲ ਵਾਰਮਿੰਗ ਨੂੰ ਵਧਾਉਣ ਦਾ ਤੁਹਾਨੂੰ ਸੋਚਣਾ ਪਵੇਗਾ। ਤੇ ਸਭ ਤੋਂ ਪਹਿਲਾਂ ਅਸੀਂ ਆਪਣਾ ਧਰਮ, ਆਪਣੀ ਬੋਲੀ, ਆਪਣਾ ਦੇਸ਼, ਇਹਨਾਂ ਤੋਂ ਉੱਪਰ ਅਸੀਂ ਇੱਕ ਹਿਊਮਨ ਰੇਸ ਹਾਂ ਤੇ ਸਾਨੂੰ ਇਨਸਾਨੀਅਤ ਦੇ ਨਾਤੇ
ਇਸ ਰੇਸ ਨੂੰ ਇਸ ਧਰਤੀ ਦੇ ਉੱਪਰ, ਇਸ ਪਲਾਨਟ ਦੇ ਉੱਪਰ ਬਚਾ ਕੇ ਰੱਖਣਾ ਹੋਵੇਗਾ। ਸੋ ਇਸੇ ਤਰ੍ਹਾਂ ਆਪਾਂ ਜੇ ਅੱਗੇ ਚੱਲੀਏ ਤਾਂ ਆਪਾਂ ਦੇਖਦੇ ਹਾਂ ਕਿ ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਹੈ ਜਿਹੜੀ ਉਹ ਗਿਰ ਗਈ। ਹੁਣ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਕਿੰਨੀਆਂ ਮੰਜ਼ਿਲਾਂ ਹੁੰਦੀਆਂ ਨੇ, ਕਿੰਨੇ ਪਰਿਵਾਰ ਇਸ 'ਚ ਵੱਸਦੇ ਹੋਣਗੇ, ਕਿੰਨੀਆਂ ਔਰਤਾਂ ਤੇ ਬੱਚੇ ਹੋਣਗੇ। ਤੇ ਦੋਸਤੋ, ਇਹ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਈ। ਤੇ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉੱਥੇ ਤਾਂ ਸੋਚਿਆ ਸੀ ਕਿ ਜਿਹੜੇ ਠੇਕੇਦਾਰ ਨੇ ਉਹ ਮਾੜਾ ਮਟੀਰੀਅਲ ਲਾਉਂਦੇ ਨੇ, ਜਾਂ ਠੇਕੇਦਾਰ ਨੇ ਜਿਹੜੇ ਉਹ ਸੀਮੈਂਟ ਲੋਹਾ ਉਹਦੇ ਵਿੱਚੋਂ ਖਾ ਜਾਂਦੇ ਨੇ, ਤਾਂ ਇਮਾਰਤਾਂ ਡਿੱਗਦੀਆਂ ਨੇ, ਪੁਲ ਡਿੱਗਦੇ ਨੇ। ਲੇਕਿਨ ਅਗਰ ਅਮਰੀਕਾ ਵਰਗੇ ਜਾਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਹੋਣ ਲੱਗ ਗਿਆ ਤਾਂ ਸਾਡੀ ਜਾਨ ਸੁਰੱਖਿਅਤ ਨਹੀਂ। ਇੱਥੇ ਤਾਂ ਜਿਹੜਾ ਹੈਗਾ ਅਪਾਰਟਮੈਂਟ ਬਿਲਡਿੰਗਾਂ ਦੇ ਜੰਗਲ ਤੁਹਾਨੂੰ ਹਰ ਜਗ੍ਹਾ ਮਿਲਦੇ ਨੇ, ਅਸਮਾਨ ਛੂੰਹਦੀਆਂ ਇਮਾਰਤਾਂ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਡੀ ਪਗੜੀ ਜਾਂ ਟੋਪੀ ਲੈ ਜਾਂਦੀ ਹੈ। 50-50, 54-54, 60-60 ਮੰਜ਼ਿਲਾਂ ਉੱਚੀਆਂ ਇਮਾਰਤਾਂ ਨੇ। ਤੋ ਅਗਰ ਇਹ ਬਿਲਡਿੰਗਾਂ ਡਿੱਗਣ ਲੱਗੀਆਂ ਤਾਂ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਉਹ ਪਹੁੰਚਾ ਸਕਦੀਆਂ ਨੇ। ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਦੀ ਚੰਗੀ ਤਰ੍ਹਾਂ ਇੰਸਪੈਕਸ਼ਨ ਹੋਣੀ ਚਾਹੀਦੀ ਹੈ, ਇਹਨਾਂ ਦਾ ਜਿਹੜਾ ਮਿਆਰ ਹੈ ਉਹ ਉੱਚਾ ਰੱਖਿਆ ਜਾਣਾ ਚਾਹੀਦਾ ਹੈ। ਤੇ ਇਹ ਜਿਹੜੀ ਘਟਨਾ ਵਾਪਰੀ ਦੋਸਤੋ, ਇਹ ਫਲੋਰੀਡਾ ਦਾ ਇੱਕ ਸਰਫ ਸਾਈਡ ਏਰੀਆ ਹੈ, ਉੱਥੇ ਵਾਪਰੀ। ਤੋਂ ਅਜੇ ਤੱਕ ਮਲਬੇ ਦੇ ਵਿੱਚੋਂ ਸਿਰਫ 24 ਲਾਸ਼ਾਂ ਲੱਭੀਆਂ ਜਾ ਸਕਦੀਆਂ ਨੇ, ਜਿਹਦੇ ਵਿੱਚ 4 ਕੈਨੇਡੀਅਨ ਨੇ। ਅਜੇ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹੜੇ ਉਹ ਮਲਬੇ ਥੱਲੇ ਦੱਬੇ ਪਏ ਨੇ। ਤੇ ਮੈਂ ਇਹ ਗੱਲ ਤੁਹਾਡੇ ਨਾਲ ਇਸ ਕਰਕੇ ਕਰਨਾ ਚਾਹੁੰਦਾ ਕਿ ਜਿਹੜੀ ਨਵੀਂ ਕੰਸਟਰਕਸ਼ਨ ਹੈ, ਜਿਹੜੇ ਬਿਲਡਰ ਨੇ ਉਹ ਹੁਣ ਜਦੋਂ ਨਵੇਂ ਘਰ ਬਣਾਉਂਦੇ ਨੇ ਤੇ ਉਹਨਾਂ ਦੇ ਵਿੱਚ ਮਟੀਰੀਅਲ ਹੈ ਜਿਹੜਾ ਬਹੁਤ ਘਟੀਆ ਯੂਜ਼ ਕੀਤਾ ਜਾਂਦਾ, ਮੁਨਾਫਾ ਦੇਖਿਆ ਜਾਂਦਾ। ਤੇ ਫਿਰ ਜਿਹੜਾ ਕਸਟਮਰ ਹੈ ਤੇ ਉਹਨੂੰ ਉਹਦੇ ਕੋਲੋਂ ਇਸ ਤਰ੍ਹਾਂ ਆਸ ਰੱਖੀ ਜਾਂਦੀ ਹੈ ਕਿ ਜਿਹੜਾ ਅਸੀਂ ਮਟੀਰੀਅਲ ਲਾਇਆ ਤੇ ਇਹਨੂੰ ਤੂੰ ਹੁਣ ਅਪਗ੍ਰੇਡ ਕਰਵਾ। ਹਜ਼ਾਰਾਂ ਦਰਜਿਆਂ ਦੇ, ਹਜ਼ਾਰਾਂ ਡਾਲਰਾਂ ਦੇ ਅਪਗ੍ਰੇਡ ਹੁੰਦੇ ਨੇ। ਤੁਸੀਂ ਕਿਸ ਚੀਜ਼ ਨੂੰ ਹੱਥ ਲਾਓ ਉਹ ਬੈਂਡ ਹੋ ਜਾਂਦੀ ਹੈ ਜਾਂ ਤੁਹਾਡੇ ਉਹ ਹੱਥ 'ਚ ਆ ਜਾਂਦੀ ਹੈ। ਤੋ ਇਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਇੱਕ ਨਵਾਂ ਘਰ ਕੱਢਣ ਲਈ ਘਰਾਂ ਨੂੰ ਹੋਰ ਟਾਈਟ ਕੀਤਾ ਜਾਂਦਾ ਹੈ। ਇੰਨਾ ਟਾਈਟ ਕੀਤਾ ਜਾਂਦਾ ਹੈ ਕਿ 2 ਘਰਾਂ ਦੇ ਵਿਚਕਾਰੋਂ ਇੱਕ ਘਾਹ ਕੱਟਣ ਵਾਲੀ ਮਸ਼ੀਨ ਵੀ ਨਹੀਂ ਲੰਘ ਸਕਦੀ। ਇਹ ਜਿਹੜਾ ਸਾਡੀ ਲਿਵਿੰਗ ਦਾ ਦਿਨੋਂ ਦਿਨ ਗਿਰ ਰਿਹਾ ਮਿਆਰ ਹੈ, ਇਹ ਜਿਹੜਾ ਮੁਨਾਫਾਖੋਰਾਂ ਦੀ ਹਰ ਚੀਜ਼ 'ਚੋਂ ਪੈਸਾ ਬਚਾਉਣ ਦੀ ਜਿਹੜੀ ਲਾਲਸਾ ਹੈ, ਇਹ ਸਾਨੂੰ ਦੋਸਤੋ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਇਨਸਾਨੀਅਤ ਦੇ ਨਾਤੇ ਸਾਡਾ ਜਿਹੜਾ ਲਿਵਿੰਗ ਸਟੈਂਡਰਡ ਆ ਉਹ ਵਧੀਆ ਹੋਣਾ ਚਾਹੀਦਾ। ਖਾਸ ਕਰਕੇ ਇਹਨਾਂ ਮੁਲਕਾਂ 'ਚ ਤਾਂ ਜ਼ਰੂਰ ਹੋਣਾ ਚਾਹੀਦਾ ਜਿਹੜੇ ਮੁਲਕ ਕਹਿੰਦੇ ਨੇ ਕਿ ਅਸੀਂ ਤਰੱਕੀ ਪਸੰਦ ਹਾਂ। ਤੇ ਇਹ ਜਿਹੜੀਆਂ ਬਿਲਡਿੰਗਾਂ ਦਾ ਡਿੱਗਣਾ, ਇਹ ਜਿਹੜਾ ਪੁਲਾਂ ਦਾ ਡਿੱਗਣਾ, ਇਹ ਜਿਹੜਾ ਲੋਕਾਂ ਦਾ ਨੁਕਸਾਨ ਹੋਣਾ, ਇਹ ਬਹੁਤ ਹੀ ਸੰਕੇਤਕ ਹੈ ਕਿ ਅਗਰ ਅਸੀਂ ਇਸ ਨੂੰ ਨਹੀਂ ਰੋਕਿਆ ਤਾਂ ਇਹ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ। ਇਹਦੇ ਨਾਲ ਹੀ ਮੈਂ ਇਹ ਗੱਲ ਵੀ ਕਰ ਦੇਵਾਂ ਕਿ ਹੁਣ ਇੰਡੀਆ ਦੇ ਵਿੱਚ ਤੁਸੀਂ ਦੇਖੋ ਕਿ ਹਰ ਜਗ੍ਹਾ ਨੇ ਜਿਹੜੇ ਫਲਾਈਓਵਰ ਬਣੇ ਹੋਏ ਨੇ। ਤੇ ਅਗਰ ਕੋਈ ਭੁਚਾਲ ਦਾ ਝਟਕਾ ਵੱਡਾ ਲੱਗ ਜਾਂਦਾ ਹੈ ਉਸ ਏਰੀਏ 'ਚ, ਅਗਰ ਉਹਦੇ ਵਿੱਚ ਪ੍ਰੋਪਰ ਮਟੀਰੀਅਲ ਨਹੀਂ ਵਰਤਿਆ ਗਿਆ, ਅਗਰ ਉਹ ਜਿਹੜੇ ਇੱਕ ਸਟੈਂਡਰਡ ਦੇ ਉੱਪਰ ਪਾਸ ਨਹੀਂ ਹੋਏ ਤਾਂ ਕੀ ਹੋਵੇਗਾ। ਤੇ ਤੁਸੀਂ ਦੇਖਿਆ ਹੀ ਹੋਵੇਗਾ ਕਿ ਸ਼ਹਿਰਾਂ ਦੇ ਉੱਪਰ 'ਚ ਫਲਾਈਓਵਰ ਲੰਘ ਰਹੇ ਨੇ ਤੇ ਥੱਲੇ ਕੀੜੀਆਂ ਵਾਂਗੂ ਲੋਕ ਤੁਰੇ ਫਿਰਦੇ ਨੇ। ਕੀ ਸਾਡਾ ਜੀਵਨ ਸੁਰੱਖਿਅਤ ਹੈ? ਸਾਨੂੰ ਇਹ ਸੋਚਣਾ ਪਵੇਗਾ। ਤੇ ਦੋਸਤੋ, ਇਸ ਦੇ ਨਾਲ ਆਪਾਂ ਖੇਡਾਂ ਦੀ ਵੀ ਗੱਲ ਕਰ ਲਈਏ ਤਾਂ ਪਿਛਲੇ ਦਿਨੀ ਜਿਹੜਾ ਹੈ ਉਹ ਯੂਰੋ ਕੱਪ ਪੂਰੀ ਦੁਨੀਆ ਦੇ ਵਿੱਚ ਦੇਖਿਆ ਗਿਆ, ਖੇਡਿਆ ਗਿਆ। ਸੇ ਇੱਥੇ ਵਿੱਚ ਮੈਂ ਜਾਂਦਾ ਹੋਇਆ ਇੱਕ ਫੇਰ ਗੱਲ ਕਰਾਂਗਾ ਤਾਂ ਮੈਂ ਲੱਭਦਾ ਰਿਹਾ ਕਿ ਕਿਸੇ ਟੀਮ ਦੇ ਵਿੱਚ ਸ਼ਾਇਦ ਕੋਈ ਭਾਰਤ ਦਾ, ਕੋਈ ਪੰਜਾਬ ਦਾ, ਕੋਈ ਪਾਕਿਸਤਾਨ ਦਾ ਪਲੇਅਰ ਵੀ ਖੇਡਦਾ ਹੋਵੇ, ਲੇਕਿਨ ਅਜਿਹਾ ਨਹੀਂ ਮਿਲਿਆ। ਦੋਸਤੋ, ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚ ਗੁਆਚ ਗਏ ਹਾਂ? ਸਪੋਰਟਸ ਦੇ ਵਿੱਚ ਅਸੀਂ ਕਿਉਂ ਪਿੱਛੇ ਰਹਿੰਦੇ ਜਾ ਰਹੇ ਹਾਂ? ਤੁਸੀਂ ਦੇਖੋ, ਜਿਹੜਾ ਮੁਲਕ ਨੰਬਰ 1 ਹੁੰਦਾ, ਚਾਹੇ ਉਹ ਅਮਰੀਕਾ ਹੈ, ਚਾਹੇ ਚਾਈਨਾ ਹੈ, ਚਾਹੇ ਰਸ਼ੀਆ ਹੈ, ਉਹ ਜਦੋਂ ਉਹ ਹਰ ਖੇਤਰ ਦੇ ਵਿੱਚ ਹੀ 1 ਹੁੰਦਾ। ਤੇ ਜਦੋਂ ਤੁਸੀਂ ਮੈਡਲਾਂ ਦੀ ਸੂਚੀ ਵੇਖੋਗੇ ਉਹਦੇ ਵਿੱਚ ਵੀ 1 ਹੋਵੇਗਾ। ਜਦੋਂ ਤੁਸੀਂ ਸਪੇਸ ਜਿਹੜੀ ਯੂਨੀਵਰਸ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦੇ ਵਿੱਚ ਦੇਖੋਗੇ, ਬ੍ਰਹਿਮੰਡ ਦੇ ਵਿੱਚ, ਤੇ ਉਹਨਾਂ ਦੇ ਵਿੱਚ ਵੀ ਫਸਟ ਹੋਵੇਗਾ। ਜਦੋਂ ਤੁਸੀਂ ਸਾਇੰਸ ਦੀ ਤਰੱਕੀ ਦੇਖੋਗੇ ਉਹਦੇ ਵਿੱਚ ਵੀ ਉਹ ਅੱਗੇ ਹੋਵੇਗਾ। ਜਦੋਂ ਤੁਸੀਂ ਮਿਲਟਰੀ ਦੀ ਪਾਵਰ ਦੇਖੋਗੇ ਤਾਂ ਉਹਦੇ ਵਿੱਚ ਵੀ ਅੱਗੇ ਹੋਏਗਾ। ਸੋ ਜੇ ਅਸੀਂ 134ਵੇਂ 35ਵੇਂ ਨੰਬਰ ਤੇ ਹਾਂ ਤਾਂ ਇਹਦਾ ਮਤਲਬ ਅਸੀਂ ਭਾਵੇਂ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ ਤੇ ਅਸੀਂ ਮੋਹਰਲੇ ਮੁਲਕਾਂ ਦੇ ਵਿੱਚ ਜਾਂ ਮੋਹਰਲੀ ਕਤਾਰ ਦੇ ਵਿੱਚ ਨਹੀਂ ਹੈਗੇ। ਸੋ ਹੁਣ ਜਿਹੜਾ ਯੂਰੋ ਕੱਪ ਹੈ, ਜਦੋਂ ਅੱਜ ਮੈਂ ਪ੍ਰੋਗਰਾਮ ਦੇ ਰਿਹਾ ਹਾਂ, ਇਸ ਦੇ ਵਿੱਚ ਸਪੇਨ, ਇਟਲੀ, ਇੰਗਲੈਂਡ ਤੇ ਡੈਨਮਾਰਕ ਦੀਆਂ ਟੀਮਾਂ ਰਹਿ ਗਈਆਂ ਨੇ, ਜਿਨ੍ਹਾਂ ਦੇ ਵਿੱਚ ਸੈਮੀਫਾਈਨਲ ਹੋਣਾ ਬਾਕੀ ਹੈ।
तो अगले प्रोग्राम तक पता लग जाएगा कि यूरो कप किसने जितया है। लेकिन जिहड़ा इन्हें लोगों के विच एक बहुत वधिया उत्साह बना के रखा है। सो इसे प्रकार दोस्तों साडे इत्थे जिहड़ा स्टैनले कप है वो बहुत मशहूर है आइस हाकी दे विच। सो ਉਹਦੇ मुकाबले चलते सी तो ਜਿਹੜਾ ਟੋਰਾਂਟੋ ਮੇਪਲ ਲੀਫ है वो तो पहले ही निकल गया सी। लेकिन साडी कैनेडा की मॉन्ट्रीयल की टीम है जिहड़ी ਉਹ बड़ी जोर शोर नाल खेड रही सी और वो फाइनल तक पहुंची। सो टैंपा वे नाल ਉਹਦੀ ਜਿਹੜੀ आखिरी सीरी है वो चल रही है तो ਜਿਹਦੇ ਵਿੱਚ ਟੈਂਪਾ ਵੇ 3 ਜਿਹੜੀਆਂ ਹਨ 3 ਗੇਮਾਂ ਉਹ ਜਿੱਤ ਚੁੱਕਿਆ ਹੈ। ਤੇ ਹੁਣ ਜਿਹੜੀ ਅਗਲੀ ਗੇਮ ਹੋਣੀ ਹੈ ਸੋਮਵਾਰ ਨੂੰ ਤੇ ਉਹ ਜਿਹੜੀ ਹੈਗੀ ਆ ਉਹ ਹੋਪਫੁਲੀ ਫਾਈਨਲ ਹੀ ਹੋਵੇਗੀ ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਟੈਂਪਾ ਵੇ ਜਿਹੜਾ ਹੈਗਾ ਉਹ ਸਟੈਨਲੇ ਕੱਪ ਲੈ ਜਾਏਗਾ। ਤੇ ਮੈਂ ਮੌਂਟਰੀਅਲ ਦੀ ਟੀਮ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਹ ਇਸ ਲੈਵਲ ਤੱਕ ਪਹੁੰਚੀ ਤੇ ਉਹਨੇ ਕੈਨੇਡਾ ਦਾ ਨਾਂ ਵੀ ਰੌਸ਼ਨ ਕੀਤਾ ਤੇ ਉਸ ਲੈਵਲ ਤੱਕ ਪਹੁੰਚੀ। ਚਲੋ ਜਿੱਤ ਹਾਰ ਤਾਂ ਬੜੀ ਹੁੰਦੀ ਹੈ, ਇੱਕ ਟੀਮ ਨੇ ਤਾਂ ਜਿੱਤਣਾ ਹੀ ਹੁੰਦਾ ਹੈ। ਸੋ ਉਮੀਦ ਕਰਦਾ ਹਾਂ ਦੋਸਤੋ ਕਿ ਆਪਾਂ ਪ੍ਰੋਗਰਾਮ ਨੂੰ ਜ਼ਿਆਦਾ ਲੰਬਾ ਨਹੀਂ ਕਰ ਸਕਦੇ। ਸੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸੋ ਤੁਸੀਂ ਜਿਹੜੇ ਲੋਕਾਂ ਨੇ ਸਾਨੂੰ ਮੈਸੇਜ ਸੁਨੇਹੇ ਭੇਜੇ ਨੇ ਜਾਂ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ ਉਹਦੇ ਵਿੱਚੋਂ ਡਾਕਟਰ ਸਾਕ ਮੁਹੰਮਦ ਸਾਹਿਬ ਬਹੁਤ ਵਧੀਆ ਆਲੋਚਕ ਨੇ, ਪੰਜਾਬ ਦੇ ਵਿੱਚ ਰਹਿੰਦੇ ਨੇ। ਸੋ ਉਹਨਾਂ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ ਤੇ ਆਪਣਾ ਸੰਦੇਸ਼ ਭੇਜਿਆ ਹੈ। ਸੋ ਇਸ ਤਰ੍ਹਾਂ ਸੋਨੀ ਸਮਰਾਲਾ ਤੋਂ ਸਾਡੇ ਬਹੁਤ ਪਿਆਰੇ ਦੋਸਤ ਨੇ ਸੋਨੀ ਸਮਰਾਲਾ, ਉਹਨਾਂ ਨੇ ਵੀ ਸੰਦੇਸ਼ ਭੇਜਿਆ ਹੈ ਤੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਹਰਜੀਤ ਸਿੰਘ ਦਿਓਲ ਸਾਹਿਬ ਉਹ ਤਾਂ ਹਮੇਸ਼ਾ ਸਾਨੂੰ ਭੇਜਦੇ ਹੀ ਨੇ ਮੈਸੇਜ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਸ ਵਾਰ ਵੀ ਉਹਨਾਂ ਨੇ ਮੈਸੇਜ ਭੇਜਿਆ ਹੈ। ਹਿੰਮਤ ਸਿੰਘ ਕੈਲੀਫੋਰਨੀਆ, ਸੁਖਵਿੰਦਰ ਸਿੰਘ ਉਟਾਲ, ਬਲਜੀਤ ਸਿੰਘ ਉਟਾਲ ਤੇ ਹੋਰ ਬਹੁਤ ਸਾਰੇ ਦੋਸਤ ਨੇ। ਮੈਂ ਸਾਰਿਆਂ ਦਾ ਨਾਂ ਕਈ ਵਾਰ ਨਹੀਂ ਲੈ ਸਕਦਾ ਇੱਥੇ। ਸੋ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ। ਜਾਂਦਾ ਮੈਂ ਤੁਹਾਨੂੰ ਇੱਕ ਵਾਰ ਫੇਰ ਕਹੂੰਗਾ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਤਬਦੀਲੀਆਂ ਕਰ ਰਹੇ ਹਾਂ, ਪ੍ਰੋਗਰਾਮ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਜਿਹੜੇ ਤੁਹਾਡੇ ਪੇਜ ਨੇ ਉਹਨਾਂ ਦੇ ਉੱਪਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਾਂ ਕਿ ਇਹ ਜਿਹੜੀਆਂ ਗੱਲਾਂ ਨੇ ਆਪਾਂ ਵਿਸਥਾਰ ਦੇ ਵਿੱਚ ਲੋਕਾਂ ਤੱਕ ਲੈ ਕੇ ਜਾ ਸਕੀਏ। ਖਾਸ ਕਰਕੇ ਸਾਹਿਤ ਜਿਹੜਾ ਹੈਗਾ, ਬ੍ਰਹਿਮੰਡ ਨਾਲ ਸੰਬੰਧਿਤ ਖਬਰਾਂ ਨੇ ਤੇ ਜਾਂ ਸਭਿਅਤਾਵਾਂ ਬਾਰੇ ਗੱਲ ਹੈ ਤੇ ਹੋਰ ਬਹੁਤ ਸਾਰੇ ਵਿਸ਼ੇ ਨੇ। ਤਾਂ ਉਮੀਦ ਕਰਦਾ ਹਾਂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਸੋ ਅਗਲੇ ਪ੍ਰੋਗਰਾਮ ਤੱਕ ਮੇਜਰ ਮੰਕ ਨੂੰ ਇੱਥੇ ਹੀ ਦਿਓ ਆ ਗਿਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।